प्रधानमंत्री नरेंद्र मोदी की सुरक्षा ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਈ ਹੋਈ ਹੈ। ਸੁਪਰੀਮ ਕੋਰਟ ਤੱਕ ਮਾਮਲਾ ਜਿਹੜਾ ਪਹੁੰਚ ਗਿਆ। ਇਹਨਾਂ ਹਾਲਾਤਾਂ ਦੇ ਵਿੱਚ ਹੁਣ ਸਿਆਸਤ ਅੱਗੇ ਕਿਸ ਤਰ੍ਹਾਂ ਵੱਲ ਰੁਕ ਕਰੇਗੀ ਔਰ ਆਖਿਰ ਕਮੀ ਕਿੱਥੇ ਰਹੀ ਹੈ, ਗਲਤੀ ਕਿੱਥੇ ਰਹੀ ਹੈ? ਕੀ ਪੰਜਾਬ ਪੱਧਰ ਤੇ ਕੀ ਸਰਕਾਰ ਪੱਧਰ ਤੇ ਕੋਈ ਕਮੀ ਰਹੀ ਜਾਂ ਫਿਰ ਕੇਂਦਰ ਦੇ ਇਲਜ਼ਾਮਾਂ ਨੂੰ ਜਿਸ ਤਰ੍ਹਾਂ ਪੰਜਾਬ ਸਰਕਾਰ ਨਕਾਰ ਰਹੀ ਹੈ ਤਾਂ ਕੇਂਦਰ ਦੇ ਪਾਲੇ ਦੇ ਵਿੱਚ ਗੇਮ ਜਾ ਰਹੀ ਹੈ। ਹਾਲਾਂਕਿ ਮਾਮਲਾ ਹਲੇ ਜਾਂਚ ਦੇ ਅਧੀਨ ਆ, ਪਰ ਸਾਡੇ ਨਾਲ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੌਰ ਭੱਠਲ ਨੇ ਤਾਂ ਸਮਝਣ ਦੀ ਕੋਸ਼ਿਸ਼ ਕਰਦੇ ਆ। ਬੀਬੀ ਜੀ, ਐਜ਼ ਏ ਪ੍ਰੋਟੋਕੋਲ, ਐਜ਼ ਏ ਸੀਐਮ ਜਾਂ ਐਜ਼ ਏ ਸਟੇਟ ਕੀ ਜ਼ਿੰਮੇਵਾਰੀਆਂ ਬਣਦੀਆਂ ਸੀ? ਹੁਣ ਵੱਡੇ ਐਲੀਗੇਸ਼ਨ ਲੱਗ ਗਏ ਨੇ, ਵੱਡੇ ਸਵਾਲ ਚੁੱਕੇ ਗਏ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ, ਹਾਲਾਂਕਿ ਜਾਂਚ ਹੈ ਜਿਹੜੀ ਹਲੇ ਚੱਲ ਰਹੀ ਹੈ। ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜੋ ਇਹ ਵਾਪਰਿਆ ਸਾਰਾ ਕੁਝ ਬੇਹੱਦ ਮੰਦਭਾਗਾ, ਔਰ ਇਸ ਮੰਦਭਾਗੇ ਤੋਂ ਵੀ ਵੱਡਾ ਹੋਰ ਵੀ ਮੰਦਭਾਗੀ ਗੱਲ ਇਹ ਹੈ ਕਿ ਇਹ ਸਾਰੀ ਸਾਜ਼ਿਸ਼ ਹੈ ਜਿਹੜੀ ਇੱਕ ਸਿਆਸੀ ਡਰਾਮਾ ਰਚਿਆ ਗਿਆ ਸੀ, ਜਿਹਦੇ ਵਿੱਚ ਪੂਰੀ ਤਰ੍ਹਾਂ ਨਾਲ ਬ੍ਰੇਨ ਆਪਣੀ ਜਿਹੜੀ ਨੈਗੇਟਿਵ ਸੋਚ ਸਾਡੀ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਬੀਜੇਪੀ ਦੀ ਸਰਕਾਰ ਬਣ ਕੇ ਰਨ ਕਰ ਰਹੇ ਹੈ ਮੋਦੀ ਜੀ, ਅਮਿਤ ਸ਼ਾਹ ਜੀ, ਇਹ ਸਾਰੀ ਸਾਜ਼ਿਸ਼ ਉਹਨਾਂ ਦੀ ਰਚੀ ਵੀ ਸੀ। ਔਰ ਸਾਰੇ ਆਪਣੇ ਗੁਨਾਹਾਂ ਨੂੰ ਲੁਕਾਉਣ ਲਈ, ਸਿਆਸੀ ਲਾਹਾ ਲੈਣ ਲਈ ਉਹ ਸੂਬੇ ਦੀ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਨਾ ਚਾਹੁੰਦੇ, ਜਿੱਥੇ ਉਹਨਾਂ ਦੇ ਸੂਬੇ ਦੀ ਸਰਕਾਰ ਦਾ ਕੋਈ ਵੀ ਕੁਤਾਹੀ ਨਹੀਂ। ਨਹੀਂ ਬੀਬੀ ਜੀ, ਤੁਸੀਂ ਸਿੱਧੇ ਤੌਰ ਤੇ ਕਹਿ ਰਹੇ ਹੋ ਕਿ ਇੱਕ ਸਾਜ਼ਿਸ਼ ਹੈ, ਤੁਸੀਂ ਕੇਂਦਰ ਦੀ ਸਾਜ਼ਿਸ਼ ਤੁਹਾਨੂੰ ਨਜ਼ਰ ਆ ਰਹੀ ਹੈ, ਪਰ ਉਹ ਕਹਿੰਦੇ ਨੇ ਕਿ ਪ੍ਰੋਟੋਕੋਲ ਨੂੰ ਫੋਲੋ ਨਹੀਂ ਕੀਤਾ ਗਿਆ। ਤੁਹਾਨੂੰ ਪ੍ਰੋਟੋਕੋਲ ਕੀ ਹੈ? ਤੁਸੀਂ ਚੀਫ ਮਿਨਿਸਟਰ ਰਹੇ ਹੋ, ਐਜ਼ ਏ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਜ਼ਿੰਮੇਵਾਰੀ ਕੀ ਬਣਦੀ ਸੀ? ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਕੀ ਬਣਦੀ ਸੀ? ਡੀਜੀਪੀ ਦੀ ਜ਼ਿੰਮੇਵਾਰੀ ਕੀ ਬਣਦੀ ਸੀ? ਦੇਖੋ, ਇਹ ਤਾਂ ਭਾਵੇਂ ਕਹਿੰਦੇ ਪ੍ਰੋਟੋਕੋਲ ਵਿੱਚ ਮਾਈਨਰ ਸੈਕੰਡਰੀ ਚੀਜ਼, ਫਸਟ ਚੀਜ਼ ਸਿਕਿਉਰਿਟੀ ਜਿਹੜੀ ਆਪਾਂ ਗਿਣਦੇ ਹੈਗੇ ਆ। ਉਸ ਸਿਕਿਉਰਿਟੀ ਦੇ ਵਿੱਚ ਮੈਨੂੰ ਆਪ ਨੂੰ ਵੀ ਪਤਾ ਹੈ, ਜਿਵੇਂ ਸੀਐਮ ਰਹਿਣ ਦੇ ਨਾਤੇ ਪਤਾ ਹੁੰਦਾ ਹੈਗਾ ਕਿ ਜਦੋਂ ਕਿਸੇ ਪ੍ਰਾਈਮ ਮਿਨਿਸਟਰ ਨੇ ਆਉਣਾ ਹੁੰਦਾ, ਕਿਸੇ ਵੀ ਸੂਬੇ ਦੇ ਵਿੱਚ ਆਉਣਾ ਹੁੰਦਾ, ਉੱਥੇ ਸਾਡੀਆਂ ਇੱਕ ਨਹੀਂ ਦੋ ਨਹੀਂ 4-5 ਸੈਂਟਰਲ ਏਜੰਸੀਆਂ ਜਿਹੜੀਆਂ ਸੂਬੇ ਦੀ ਸਰਕਾਰ ਨੂੰ ਪਾਸੇ ਰੱਖ ਕੇ ਆਪਣੀ ਡਿਸਪੋਜ਼ਲ ਤੇ ਕੀ ਚਾਹੀਦਾ ਹੈ ਉਸ ਤਰ੍ਹਾਂ ਤਾਂ ਯੂਜ਼ ਕਰਦੀਆਂ, ਲੇਕਿਨ ਆਪਣੇ ਸਾਰੇ ਇੰਤਜ਼ਾਮਾਂ ਵਿੱਚ, ਆਪਣੀ ਸਾਰੀ ਸਿਕਿਉਰਿਟੀ ਵਿੱਚ, ਆਪਣੇ ਸਾਰੇ ਨਿਰਣਿਆਂ ਵਿੱਚ ਉਹ ਆਪਣਾ ਫੈਸਲਾ ਆਪ ਕਰਦੀਆਂ ਨੇ। ਇਸ ਕਰਕੇ ਸਭ ਤੋਂ ਪਹਿਲੀ ਗੱਲ ਇਸ ਕਰਕੇ ਨਜ਼ਰ ਆਉਂਦੀ ਹੈ ਕਿ ਇਹ ਸਾਜ਼ਿਸ਼ ਹੈ ਜਿਹੜੀ ਮੈਂ ਕਿਹਾ ਕਿ ਇਹਨਾਂ ਦੀ ਭਾਰਤ ਦੀ ਸਰਕਾਰ ਦੇ ਮਹਿਕਮੇ ਨੇ, ਦੂਰਦਰਸ਼ਨ ਨਹੀਂ ਜਾਂ ਸਾਰੇ ਜਿਹੜੇ ਮੌਸਮੀ ਵਿਭਾਗ ਹੈ, ਉਹਨਾਂ ਨੇ ਕਿਹਾ ਵਾ ਸੀ ਕਿ ਇਸ ਦਿਨ 4 ਦਿਨ ਪਹਿਲਾਂ ਤੋਂ ਹੀ ਸੀਗਾ ਕਿ ਆਹ 3-4 ਦਿਨ ਬੇਹੱਦ ਬਾਰਿਸ਼ ਹੋਣੀ ਹੈ। ਇਹ ਬਾਰਿਸ਼ ਵਾਲਾ ਦਿਨ ਹੀ ਕਿਉਂ ਚੁਣਿਆ ਗਿਆ? ਪ੍ਰਾਈਮ ਮਿਨਿਸਟਰ ਨੇ ਜਾਣਾ, ਕੋਈ ਛੋਟੀ ਮੋਟੀ ਗੱਲ ਤਾਂ ਨਹੀਂ ਹੈ। ਤੇ ਜੇ ਇਹ ਸਾਰੀਆਂ ਉਹੀ ਦਿਨ ਚੁਣਿਆ ਗਿਆ, ਔਰ ਦੂਜੀ ਗੱਲ ਇਹ ਸੋਚੀ ਗਈ ਕਿ ਜਿਹੜਾ ਪਤਾ ਸੀ ਕਿ ਉਹ ਜਿਹੜੇ ਪੰਜਾਬ ਦੇ ਅਜੇ ਜ਼ਖਮ ਬਹੁਤ ਅੱਲੇ ਹੈ, ਜਿਹੜੇ ਪੰਜਾਬ ਦੀਆਂ ਮੰਗਾਂ ਦੀ ਇੱਕ ਮੰਗ ਸਿਰਫ ਮੰਨ ਕੇ ਉਹਨਾਂ ਨੂੰ ਉੱਥੋਂ ਬਾਰਡਰ ਤੋਂ ਭੇਜ ਦਿੱਤਾ ਗਿਆ, ਬਾਕੀ ਸਾਰੇ ਰਿਸ਼ਤੇ ਹੋਏ ਜ਼ਖਮਾਂ ਦੇ ਸਮੇਤ ਉਹ ਉਡੀਕਦੇ ਹੈ ਕਿ ਪੀਐਮ ਅੱਜ ਕਰਦਾ ਹੈ, ਕੱਲ੍ਹ ਕਰਦੇ ਆ, ਪਰਸੋਂ ਕਰਦੇ ਆ। ਜੇ ਉਹਨਾਂ ਦਾ 3 ਮਹੀਨੇ 2 ਮਹੀਨੇ ਹੋ ਗਏ ਕੋਈ ਫੈਸਲਾ ਜੇ ਨਹੀਂ ਕੀਤਾ, ਨਾ ਜਿਹੜੇ ਲਖੀਮਪੁਰ ਵਾਲੇ ਦਰੜ ਕੇ ਗੱਡੀਆਂ ਥੱਲੇ ਮਾਰੇ ਉਹ ਜੇ ਖੁੱਲ੍ਹੇਆਮ ਫਿਰਦੇ ਆ, ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ। ਕਿਸੇ ਥਾਂ ਤੇ ਜਿਹੜੇ ਵਿਚਾਰੇ ਸਾਡੇ ਸ਼ਹੀਦ ਹੋ ਗਏ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ, ਕੋਈ ਆਪਣੀ ਜਿਹੜੀ ਐਮਐਸਪੀ ਜਾਂ ਹੋਰ ਜਿੰਨੇ ਮਾਮਲੇ ਹੈ ਉਹਨਾਂ ਸਾਰਿਆਂ ਦੇ ਵਿੱਚ ਜਿਹੜੀ ਹੈਗੀ ਹੈ, ਸਾਡੇ ਕੇਸ ਨਹੀਂ ਵਾਪਸ ਲਏ ਗਏ, ਸਾਡੇ ਜਿਹੜੇ ਝੂਠੇ ਬਣਾਏ ਗਏ ਸੀ ਲੋਕਾਂ ਤੋਂ, ਇਹ ਸਾਰੀ ਚੀਜ਼ ਉਸ ਸਟੇਟ ਚੱਲੇ ਆ ਜਿੱਥੇ ਦੇ ਲੋਕਾਂ ਨੂੰ ਇਹ ਬਹੁਤ ਚੁਭਦੀ ਹੈ। ਤਾਂ ਇਹਨਾਂ ਨੂੰ ਪਤਾ ਨਹੀਂ ਕਿ ਉੱਥੇ ਦੀ ਕੀ ਸਿਚੁਏਸ਼ਨ ਹੋਊਗਾ। ਇਹਨਾਂ ਦੀ BSF ਜਿਹੜੀ 50-50 ਕਿਲੋਮੀਟਰ ਤੋਂ ਅੰਦਰ ਆਈ ਵੀ ਹੈ, ਉਹ ਸਾਰੀ ਸਟੇਟ ਦੀ ਸਿਚੁਏਸ਼ਨ ਦੱਸੀ ਨਹੀਂ ਪ੍ਰੀਐਮ ਪ੍ਰੋਗਰਾਮ ਬਣਾਉਣ ਤੋਂ ਪਹਿਲਾਂ। ਇਸ ਕਰਕੇ ਮੈਂ ਸਮਝਦੀ ਹਾਂ ਕਿ ਇਹ ਸਾਰਾ ਮੈਂ ਤਾਂ ਸਿਆਸੀ ਡਰਾਮਾ ਲੱਗਦਾ ਕਿ ਹੈ ਕਿ ਇਲੈਕਸ਼ਨ ਨੇੜੇ ਹੈ, ਇਲੈਕਸ਼ਨ ਦੇ ਵਿੱਚ ਦੇਣਾ ਪੀਐਮ ਸਾਹਿਬ ਨੇ ਕੁਛ ਨਹੀਂ। ਜੇ ਦੇਣਾ ਹੁੰਦਾ ਤਾਂ ਪੰਜਾਬ 'ਚ ਜਿਹੜਾ ਅੱਜ ਤੱਕ 2.5-3 ਮਹੀਨੇ ਦਾ ਦੇਣਾ ਮੰਨਿਆ ਸੀ ਉਹ ਦੇ ਕੇ ਹੀ ਆਉਂਦੇ ਪੰਜਾਬ 'ਚ, ਤਾਂ ਕਿ ਲੋਕ। ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਵੱਡਾ ਪੈਕੇਜ ਹੈ ਜਿਹੜਾ ਵੱਡੇ ਐਲਾਨ ਪੰਜਾਬ ਲਈ ਹੋ ਸਕਦੇ ਸੀ। ਤਾਂ ਐਸੇ ਮਾਹੌਲ ਦੇ ਵਿੱਚ ਜਦੋਂ ਇਹ ਦਾਅਵਾ ਕੀਤਾ ਜਾ ਰਿਹਾ ਹੋਵੇ ਜਾਂ ਇਸ ਤਰ੍ਹਾਂ ਦੀ ਨਜ਼ਰ ਟਿੱਕੀ ਹੋਵੇ ਕਿ ਸੂਬੇ ਨੂੰ ਕੋਈ ਦਿੱਤਾ ਜਾ ਸਕਦਾ, ਤਾਂ ਐਸੇ ਹਾਲਾਤਾਂ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਸਟੇਟ ਨੂੰ ਥੋੜੀ ਜ਼ਿਆਦਾ ਸੀਰੀਅਸਨੈਸ ਦਿਖਾਈ ਜਾ ਸਕਦੀ ਸੀ? ਕਿ ਜਿਹੜੇ ਆਪਣਾ ਕਹਿੰਦੇ ਆ ਦਾਅਵੇ ਕੀਤੇ ਜਾਂਦੇ ਆ, ਦਾਅਵੇ ਤੇ ਯਕੀਨ ਕਰੀਏ ਜਾਂ ਪੀਐਮ ਸਾਹਿਬ ਦੀ ਕਰਨੀ ਤੇ ਯਕੀਨ ਕਰੀਏ? ਪੀਐਮ ਸਾਹਿਬ ਨੇ ਕਿਹਾ ਸੀ 2 ਕਰੋੜ ਰੱਖੂੰਗਾ, ਫੈਸਲਾ ਕਰਕੇ ਕਹਿ ਕੇ 2 ਕਰੋੜ ਮੁਲਾਜ਼ਮ ਕਿੱਥੇ ਰੱਖਿਆ ਗਿਆ? ਪੀਐਮ ਸਾਹਿਬ ਨੇ ਕਿਹਾ ਸੀ 15 ਲੱਖ ਮੈਂ ਜੇਬ 'ਚ ਪਾਊਂਗਾ, ਉਹ ਪਾਉਣਾ ਕਿੱਥੇ ਗਿਆ? ਉਹਨਾਂ ਨੇ ਕਿਹਾ ਸੀ ਕਾਲਾ ਧਨ ਵਾਪਸ ਲਿਆਉਂਗਾ, ਕਿੱਥੇ ਗਿਆ? ਜੇ ਪੀਐਮ ਸਾਹਿਬ ਦੇ ਕੀਤੇ ਵੇ ਫੈਸਲੇ ਅੱਜ ਤੱਕ ਲਾਗੂ ਨਹੀਂ ਹੋਏ, ਜੇ ਕਿਸਾਨਾਂ ਨਾਲ ਕੀਤਾ ਫੈਸਲਾ ਅੱਜ ਤੱਕ ਲਾਗੂ ਨਹੀਂ ਹੋਇਆ, ਤਾਂ ਅਸੀਂ ਸੋਚੇ ਦੇਣਾ ਸੀ, ਇਹ ਤੱਕ ਦੇਣਾ ਸੀ, ਸੋਚ ਅਚਾਨਕ ਦੇਣਾ ਸੀ। ਮੈਂ ਕਹਿੰਦੀ ਹਾਂ ਬਿਲਕੁਲ ਉਹਨਾਂ ਦਾ ਕੇਸ ਅਜੇ ਤੱਕ ਵਾਪਸ ਨਹੀਂ ਲਿਆ, ਹਾਈ ਕੋਰਟ ਤੋਂ ਸੁਪਰੀਮ ਕੋਰਟ ਚਲਿਆ ਗਿਆ। ਤੇ ਜਿਹੜੇ ਪੀਐਮ ਇੰਨੀ ਤੰਗਦਿਲੀ ਰੱਖਦੇ ਆ ਪੰਜਾਬ ਦੇ ਲਈ, ਤਾਂ ਉਹ ਅੱਜ ਅਸੀਂ ਸੋਚੀਏ ਕਿ ਆਸੇ ਲਾਈਏ ਕਿ ਦੇਣਾ ਸੀ, ਤੇ ਕਿਹਨੇ ਰੋਕਿਆ ਸੀ? ਚੱਲਣ ਤੋਂ ਪਹਿਲਾਂ ਦਿੱਲੀ ਸਾਰੇ ਕਿਸਾਨਾਂ ਵਾਲੇ ਮਸਲੇ ਵੀ ਉੱਥੇ ਫੈਸਲਾ ਐਲਾਨ ਕਰਕੇ ਆਉਂਦੇ ਕਿ ਆਹ ਜਿਹੜੇ ਹੈਗੇ ਪੰਜਾਬ ਨੂੰ ਮੈਂ ਆਹ ਦੇਣ ਚੱਲਿਆ,
ਘੁਮਾ ਦਿੰਦੇ ਇੱਥੇ ਆ ਕੇ ਪੱਥਰ ਰੱਖ ਕੇ ਆ ਮੈਂ ਦੇਣ ਚੱਲਿਆ, ਔਰ ਸਾਰਾ ਦਿਨ ਉਹ ਜਿਹਾ ਚੁਣਦੇ ਕਿ ਉਸ ਦਿਨ ਦੇ ਵਿੱਚ ਕੋਈ ਵਿਘਨ ਨਾ ਪਵੇ ਮੌਸਮ ਦੇ ਪੱਖੋਂ। ਇਸ ਕਰਕੇ ਇਹ ਸਾਰੀ ਚੀਜ਼ ਜਿਹੜੀ ਸਾਜ਼ਿਸ਼ ਦਾ ਹਿੱਸਾ ਸੀ ਕਿ ਦੇਣਾ ਕੁਛ ਨਹੀਂ, ਇੱਕ ਸਿੰਪਥੀ ਲੈਣੀ ਹੈ, ਲੋਕਾਂ ਦੀਆਂ ਵੋਟਾਂ ਆਉਣਗੀਆਂ। ਇੱਕ ਇਹ ਆ ਗਏ ਆ ਜਿਹੜੇ ਨਾਲ ਇਹਨਾਂ ਦੇ ਦੋ ਰਾਹੂ ਤੇ ਕੇਤੂ ਚੰਬੜੇ ਆ, ਸਾਡੇ ਆਪਣੀ ਇੱਕ ਪਾਰਟੀ ਦੇ ਵਿੱਚੋਂ ਗਏ ਵੇ, ਜਿਹੜੇ ਕਹਿੰਦੇ ਆ ਮੈਂ ਸਾਬਕਾ ਮੁੱਖ ਮੰਤਰੀ ਰਿਹਾ। ਕਿਹਦੀ ਗੱਲ ਕਰਦੇ ਹੋ? ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦੇ ਆ, ਜਿਹੜੇ ਕਹਿੰਦੇ ਆ ਕਿ ਮੈਂ ਇੱਕ ਦੂਜਾ ਕੌਣ? ਦੂਜਾ ਆਪਣਾ ਜਿਹੜਾ ਢੀਂਡਸਾ, ਜਿਹੜਾ ਆਪਣਾ ਬਿਨਾਂ ਬਾਰਡਰ ਤੇ ਲੜੇ ਲਈ ਫਿਰਦਾ ਹੈਗਾ, ਆਪਣਾ ਉਹ ਪਦਮ ਸ਼੍ਰੀ ਲਈ ਫਿਰਦਾ ਹੈਗਾ, ਉਹ ਤਾਂ ਵਾਪਸ ਕਰਤਾ। ਉਹ ਤਾਂ ਵਾਪਸ ਕਹਿ ਕੇ ਕਰਾਇਆ ਗਿਆ, ਉਹ ਤਾਂ ਕਸੂਨਾ ਤੋਂ ਡਰਦਿਆਂ ਨੇ ਕੀਤਾ ਕਿਸਾਨਾਂ ਦੇ ਹੱਥੋਂ। ਜਦੋਂ ਅਸੀਂ ਕਿਹਾ ਵਾਪਸ ਕਰੋ, ਉਹ ਤਾਂ ਕਹਿੰਦੇ ਕਿਸਾਨ ਕਹਿਣਗੇ ਵਾਪਸ ਕਰ ਦੂੰ। ਬਈ ਤੂੰ ਕਿਸਾਨਾਂ ਦੇ ਕਹਿਣ ਤੇ ਲੈਣ ਗਿਆ ਸੀ? ਕਿਹੜੇ ਬਾਰਡਰ ਤੇ ਲੜਿਆ? ਉਹ ਤਾਂ ਇੱਕ ਸਾਈ ਸੀ, ਜਿਹੜੀ ਸਾਈ ਇਹ ਫੜ ਕੇ ਲਿਆਏ ਸੀ ਬੀਜੇਪੀ ਨਾਲ ਮਿਲ ਗੋਭਾ ਕਰਨ ਵਾਸਤੇ। ਪਰ ਬੀਬੀ ਜੀ ਤੁਸੀਂ ਰਾਹੂ ਕੇਤੂ ਸ਼ਬਦ ਵਰਤਿਆ, ਕੈਪਟਨ ਅਮਰਿੰਦਰ ਸਿੰਘ ਤਾਂ ਤੁਸੀਂ ਕਹਿੰਦੇ ਮੇਰਾ ਭਰਾ ਹੈ, ਤਾਂ ਅੱਜ ਭਰਾ ਤੁਹਾਨੂੰ ਰਾਹੂ ਕੇਤੂ ਲੱਗਣ ਲੱਗ ਗਿਆ। ਜੇ ਭਾਈ ਕਹਿਣ ਦੇ ਬਾਅਦ ਕੋਈ ਭਾਈ ਆਪ ਹੀ ਆਪਣੇ ਭੈਣ ਭਰਾ ਦੇ ਰਿਸ਼ਤੇ ਨੂੰ ਨਾ ਉਹਦੇ ਤੇ ਕਦਰ ਰੱਖੇ, ਨਾ ਕਦਰ ਦੇਵੇ, ਤੇ ਜਾਂ ਇਹੋ ਜਿਹੇ ਕੰਮ ਕਰੇ ਜਿਹੜੇ ਕਹਿੰਦੇ ਕੁਛ ਹੈ ਤੇ ਕਰਦੇ ਕੁਛ ਹੈ। ਅੱਜ ਤਾਂ ਕਹਿਣੀ ਤਾਂ ਯਕੀਨ ਕੀਤਾ ਸੀ ਵੀ ਕਹਿੰਦੇ ਆ ਭਰਾ ਹੈ, ਪਰ ਕਰਨੀ ਕੀ ਸੀ ਉਹ ਸਾਰਾ ਪੰਜਾਬ ਜਾਣਦਾ ਕਿ ਕਿਸ ਤਰ੍ਹਾਂ ਦਾ ਵਰਤਾਓ ਮੇਰੇ ਨਾਲ ਕੀਤਾ ਕਿ ਆਪਣੇ ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ ਕਿ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ, ਕਿਉਂਕਿ ਇਹੀ ਚਾਹੁੰਦੇ ਨੇ। ਇਹਨਾਂ ਨੂੰ ਅਜੇ ਤੱਕ ਆਪਣੀ ਸੱਟ ਜਿਹੜੀ ਵੱਜੀ ਵੀ ਹੈ ਕੁਰਸੀ ਖੋਣ ਦੀ, ਉਹ ਜੇ ਇਹਨਾਂ ਦੀ ਰਸਦੇ ਆ ਜ਼ਖਮ ਭੁੱਲੇ ਨਹੀਂ। ਔਰ ਸਾਰਾ ਇੰਨੇ ਸਾਲ ਸਭ ਤੋਂ ਵੱਧ ਕਾਂਗਰਸ ਪਾਰਟੀ ਦੇ ਲੀਡਰ ਵੱਧ ਰਾਜ ਭਾਗ ਜੇ ਲਿਆ, ਤੇ ਅੱਜ 4 ਮਹੀਨੇ ਪਹਿਲਾਂ ਪਾਰਟੀ ਨੇ ਕਹਿਤਾ ਕੋਈ ਚੇਂਜ ਕਰਨੀ ਹੈ, ਹੁਣ ਇਹ ਕਹਿੰਦੇ ਮੈਂ ਤਾਂ ਗਿਆ ਹੀ ਆ ਤੇ ਆ ਵੀ ਜਾਣ। ਇਹ ਤੰਗਦਿਲੀ ਦੀਆਂ ਨਿਸ਼ਾਨੀਆਂ ਹੈਗੀਆਂ। ਇੱਥੇ ਚਾਹੀਦਾ ਕੀ ਸੀ? ਮੈਂ ਕਹਿੰਦਾ ਲੈਫਟਸ ਦੇ ਵਿੱਚ ਇਹ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਤੇ ਢੀਂਡਸਾ ਜੀ ਵੀ ਹੈ, ਜਿਹੜੇ ਮੋਗੇ ਜਾ ਕੇ ਕਹਿੰਦੇ ਮੈਨੂੰ ਕਰੋਨਾ ਹੋ ਗਿਆ, ਉਹ ਉੱਥੇ ਖਾਲੀ ਕੁਰਸੀਆਂ ਨੂੰ ਐਡਰੈਸ ਕਰੀ ਗਿਆ 500 ਨੂੰ। ਕੀ ਇੱਕ ਸੀਐਮ ਨੂੰ ਨਹੀਂ ਪਤਾ? ਕਹਿੰਦੇ ਪੰਜਾਬ ਤਾਂ ਜੀ ਮੇਰੇ ਉੱਪਰ ਦੀ ਫੁੱਲ ਮਾਰਦਾ ਹੈ, ਆਪਦੇ ਤੇ ਫੁੱਲ ਪਵਾਈ ਗਏ, ਤੇ ਪੀਐਮ ਦੇ ਉੱਪਰ ਕੀ ਕੀਤਾ? ਪੀਐਮ ਦੇ ਨਾਲ ਕੀ ਵਰਤਾਓ ਕੀਤਾ? ਸਾਰਾ ਪੰਜਾਬ ਜਿਹਨਾਂ ਦੇ ਨਾਲ ਖੜਾ ਸੀ ਢੀਂਡਸਾ ਤੇ ਕੈਪਟਨ ਦੇ ਨਾਲ, ਉਹ ਪੰਜਾਬ ਕਿੱਥੇ ਗਿਆ? ਕੁਰਸੀਆਂ ਕਿਉਂ ਖਾਲੀ ਰਹਿ ਗਈਆਂ? ਕੀ ਇਹਨਾਂ ਨੂੰ ਪਤਾ ਨਹੀਂ ਸੀ? ਸਾਰੇ ਪ੍ਰੋਟੋਕਾਲ ਏਜੰਸੀਆਂ ਦੇ ਨਾਲ ਗੱਲ ਕਰਕੇ ਕਹਿੰਦੇ ਬੀਜੇਪੀ ਨੂੰ ਆਹ ਕਰ ਲਓ ਇਨਵੈਸਟੀਗੇਟ, ਆਹ ਕਰ ਲਓ ਪਤਾ, ਆਹ ਵੈਰੀਫਾਈ ਕਰ ਲਓ। ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਵਿੱਚ ਇਹ ਸੈਂਟਰ ਦੀਆਂ ਏਜੰਸੀਆਂ ਦੀ ਵੱਡੀ ਲੈਪਸ ਹੈ। ਔਰ ਸੈਂਟਰ ਦੀਆਂ ਏਜੰਸੀਆਂ ਦੀ ਲੈਪਸ ਹੀ ਨਹੀਂ, ਇੱਥੇ ਬੀਐਸਐਫ ਵੀ ਆਇਆ ਹੋਇਆ ਹੈ। ਇਹ ਇੱਕ ਮੈਂ ਤਾਂ ਕਹਿੰਦੀ ਕਿ ਲੱਗਦਾ ਕਿ ਸਾਜ਼ਿਸ਼ ਦਾ ਹਿੱਸਾ ਹੈ, ਦੇਣਾ ਕੁਝ ਨਹੀਂ ਸੀ, ਤੇ ਉਹਨੂੰ ਲੋਕਾਂ ਨੇ ਜਿੰਮੇ ਕਹਿ ਕੇ ਕਿ ਇਹਨਾਂ ਨੇ ਤਾਂ ਨਹੀਂ ਕੀਤਾ। ਐਡੀ ਕਿਹੜੀ ਗੱਲ ਹੋ ਗਈ? ਬੀਬੀ ਜੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ, ਤੁਸੀਂ ਇਸੇ ਤੌਰ ਤੇ ਕਿਹਾ ਕਿ ਹਜੇ ਜ਼ਖਮ ਜਿਹੜੇ ਅੱਲੇ ਨੇ ਕਿਸਾਨੀ ਸੰਘਰਸ਼ ਦੇ ਜਾਂ ਸਾਰਾ ਹਾਲੇ ਘਟਨਾਕ੍ਰਮ ਜਿਹੜਾ ਤੁਸੀਂ ਕਹਿੰਦੇ ਕਿ ਨਵਾਂ ਹਾਲੇ ਮਸਲੇ ਸਿਰੇ ਨਹੀਂ ਲੱਗੇ, ਤਾਂ ਇਸੇ ਰੋਸ ਦੇ ਵਜੋਂ ਸਭ ਹੋਇਆ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਇਹ ਤਰੀਕਾ ਠੀਕ ਰਿਹਾ? ਤੁਸੀਂ ਕੀ ਉਹਦਾ ਸਮਰਥਨ ਕਰਦੇ ਹੋ ਕਿ ਪ੍ਰਧਾਨ ਮੰਤਰੀ ਦਾ ਕਾਫਲਾ ਉੱਥੇ ਰੋਕਿਆ ਗਿਆ ਜਾਂ ਵਿਰੋਧ ਪ੍ਰਦਰਸ਼ਨ ਹੋਇਆ, ਕੀ ਤੁਸੀਂ ਉਹਦਾ ਸਮਰਥਨ ਕਰ ਰਹੇ ਹੋ? ਮੈਂ ਇਹ ਕਹਿੰਦੀ ਆ ਕਿ 10 ਦਿਨ ਤੋਂ ਪਹਿਲਾਂ ਉਹਨਾਂ ਜਦੋਂ ਪ੍ਰੋਗਰਾਮ ਦਾ ਮਾੜੀ ਮੋਟੀ ਫੁਆਹ ਆਈ ਸੀ, ਉਦੋਂ ਤੋਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਾਨੂੰ ਇਹਨਾਂ ਨੇ ਮੰਗਾਂ ਪੂਰੀਆਂ ਨਹੀਂ ਕੀਤੀਆਂ, ਸਾਨੂੰ ਗੁੱਸਾ ਹੈ, ਅਸੀਂ ਆਪਣਾ ਪ੍ਰੋਟੈਸਟ ਦਿਖਾਵਾਂਗੇ। ਡੈਮੋਕ੍ਰੇਸੀ ਵਿੱਚ ਡੈਮੋਕ੍ਰੇਸੀ ਆਪਣਾ ਪ੍ਰੋਟੈਸਟ ਦਿਖਾਉਣ ਦਾ ਹੱਕ ਹੈਗਾ ਸਭ ਨੂੰ। ਜੇ ਤਾਂ ਕਿਸੇ ਨੇ ਇੱਥੇ ਤਾਂ ਇਹੋ ਜਿਹੇ ਮੌਕੇ ਵੀ ਆਏ ਨੇ ਜਦੋਂ ਗੁਜਰਾਤ ਵਰਗੀਆਂ ਸਟੇਟਾਂ 'ਚ ਆਪਣੇ ਸਾਡੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਗਏ ਸੀਗੇ, ਉਹਨਾਂ ਦੀ ਕਿਸ ਤਰੀਕੇ ਨਾਲ ਇੱਕ ਜੁੱਤੀ ਸਿੱਟੀ ਗਈ ਸੀਗੀ, ਕਿਸ ਤਰੀਕੇ ਨਾਲ ਜਦੋਂ ਆਪਣੇ ਕਿੰਨੀਆਂ ਥਾਵਾਂ ਤੇ ਧੱਕੇ ਮੁੱਕੀ ਪੈਂਦੇ 'ਚ ਜਾ ਕੇ ਮੋਦੀ ਜੀ ਉੱਤੇ ਬੋਲ ਕੇ ਆਏ ਸੀਗੇ। ਇੰਨੇ ਅਪਮਾਨਤ ਭਰੇ ਲਫ਼ਜ਼ਾਂ ਵਿੱਚ ਤਾਂ ਮੋਦੀ ਜੀ ਕਦੇ ਚੱਲ ਕੇ ਰਾਸ਼ਟਰਪਤੀ ਕੋਲ ਗਏ ਨਾ। ਮੈਂ ਤਾਂ ਕਹਿੰਦੀ ਹਾਂ ਕਿ ਪਹਿਲੇ ਤੌਰ ਤੇ ਹੀ ਇਹਨਾਂ ਨੂੰ ਪ੍ਰਾਈਮ ਮਿਨਿਸਟਰ ਨੂੰ ਕਹਿਣਾ ਚਾਹੀਦਾ ਸੀ ਕਿ ਆਈ ਐਮ ਅ ਫੇਲੀਅਰ ਪ੍ਰਾਈਮ ਮਿਨਿਸਟਰ, ਮੈਂ ਆਪਣੇ ਵਾਅਦਿਆਂ ਤੋਂ ਮੁੱਕਰਨ ਵਾਲਾ ਪ੍ਰਾਈਮ ਮਿਨਿਸਟਰ ਹਾਂ। ਮੈਂ ਇਹ ਸਾਰੇ ਜਿਹੜੇ ਛੇੜੇ ਇਸ ਤਰ੍ਹਾਂ ਦੇ ਰੌਲੇ ਗੌਲੇ ਪੰਜਾਬ 'ਚ, ਇਹ ਮੇਰੀ ਬਦੌਲਤ ਛੇੜੇ ਨੇ। 750 ਕਿਸਾਨ ਸਾਡਾ ਸ਼ਹੀਦ ਹੋਇਆ ਮੇਰੇ ਇਸ ਕਾਰਨਾਂ ਕਰਕੇ ਹੋਇਆ ਜਿਹੜੇ ਮੈਂ ਕਾਲੇ ਕਾਨੂੰਨ ਲੈ ਕੇ ਆਇਆ ਸੀ। ਇੰਨੀਆਂ ਔਰਤਾਂ ਤੇ ਗੱਡੀਆਂ ਔਰ ਬੰਦੇ ਲਖੀਮਪੁਰ ਗੱਡੀਆਂ ਚੜਾਈਆਂ ਗਈਆਂ, ਤੇ ਮੈਂ ਆਪਣਾ ਆਪ ਰਾਸ਼ਟਰਪਤੀ ਸਾਹਿਬ ਕੋਲ ਜਾਣਾ ਕਿ ਮੈਂ ਇੱਕ ਸੂਬੇ ਦੇ ਵਿੱਚ ਜਿਹੜਾ ਹੈਗਾ ਇੰਨੀ ਪ੍ਰੋਟੈਕਸ਼ਨ ਨਹੀਂ ਦੇ ਸਕਿਆ। ਔਰ ਅੱਜ ਵੀ ਇਹ ਕਹਿਣ ਕਿ ਮੈਂ ਪ੍ਰਾਈਮ ਮਿਨਿਸਟਰ ਹੁੰਦਾ ਹੋਇਆ ਆਪਦੀਆਂ ਏਜੰਸੀਆਂ ਦੇ ਸਮੇਤ ਸਭ ਕੁਝ ਸਮੇਤ ਇੱਕ ਸਟੇਟ ਵਿੱਚ ਮੈਂ ਜਾ ਕੇ ਆਪਣੀ ਰੈਲੀ ਨਹੀਂ ਕਰ ਸਕਿਆ, ਤੇ ਮੈਨੂੰ ਪੀਐਮ ਰਹਿਣ ਦਾ ਕੋਈ ਹੱਕ ਨਹੀਂ, ਔਰ ਅਮਿਤ ਸ਼ਾਹ ਨੂੰ ਹੋਮ ਮਿਨਿਸਟਰ ਰਹਿਣ ਦਾ ਕੋਈ ਹੱਕ ਨਹੀਂ। ਇਹ ਸਾਰੀ ਆਪਦੀ ਬੀਜੇਪੀ ਦੀ ਸਰਕਾਰ ਬਰਖਾਸਤ ਕਰਾਉਣ, ਇਹਨਾਂ ਦਾ ਇਹ ਬਣਦਾ ਹੈਗਾ ਅੱਜ ਕਰਨ ਦਾ ਫੈਸਲਾ, ਨਾ ਕਿ ਦੂਸ਼ਣਬਾਜ਼ੀ ਕਰਕੇ ਡਿੱਗਿਆ ਖੋਤੇ ਤੋਂ ਤੇ ਗੁੱਸਾ ਘਮਿਆਰ ਤੇ। ਇਹ ਗੱਲਾਂ ਸਾਰੀਆਂ ਆਪਣੀਆਂ ਖੌਤਾਂ ਬਣੀਆਂ ਆਈਆਂ ਨੇ, ਅੱਜ ਉਹ ਸਾਬਤ ਹੁੰਦੀਆਂ ਨਜ਼ਰ ਆ ਰਹੀਆਂ ਨੇ। ਪਰ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਦੇਖੋ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ, ਪੂਰੀ ਦੁਨੀਆ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਚਰਚਾਵਾਂ ਹੋਈਆਂ, ਇਸ ਮੁੱਦੇ ਤੇ ਚਰਚਾ ਹੋਈ ਹੈ, ਸੁਪਰੀਮ ਕੋਰਟ ਦੇ ਵਿੱਚ ਮਾਮਲਾ ਪਹੁੰਚ ਗਿਆ। ਹੁਣ ਸਪੈਸ਼ਲ ਕਮੇਟੀਆਂ, ਕਿਉਂਕਿ ਪੰਜਾਬ ਆਪਣੇ ਪੱਧਰ ਤੇ ਜਾਂਚ ਕਰ ਰਿਹਾ, ਕੇਂਦਰ ਆਪਣੇ ਪੱਧਰ ਤੇ, ਪਰ ਹੁਣ ਸੁਪਰੀਮ ਕੋਰਟ ਨੇ ਕਹਿਤਾ ਹੈ ਕਿ ਦੋਨੇ ਇੱਕ ਵਾਰੀ ਰੁਕ ਜਾਓ, ਸਾਰਾ ਰਿਕਾਰਡ ਜਿਹੜਾ ਹੈਗਾ ਫਰੀਜ਼ ਹੋਏਗਾ ਔਰ ਪ੍ਰੋਪਰ ਇਸ ਦੀ ਜਾਂਚ ਹੋਏਗੀ। ਤਾਂ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਨੂੰ, ਕਿਉਂਕਿ